प्यारे विद्यार्थियों, अमृत सीनियर सैकेंडरी स्कूल ते यूट्यूब चैनल ते पंजाबी दी जमात विच तुहाडा स्वागत है। जिवें तुसीं जानदे हो, असीं अपनी 9वीं श्रेणी दी पाठ पुस्तक वनगी विचों कहानी नंबर 4 मुर्गियां पढ़ रहे सां, जो कि नौरंग सिंह जी द्वारा लिखी गई है। हुण तक असीं कहानी विच पढ़ चुके हां कि करीमू अते रहीमू दो भरा हन। ਉਹ ਸਦਾ ਖੇਡਣ ਵਿੱਚ ਮਸਤ ਰਹਿੰਦੇ ਹਨ। ਉਹਨਾਂ ਦੀ ਬਿਮਾਰ ਮਾਂ ਮੰਜੇ 'ਤੇ ਪਈ ਦਮ ਤੋੜ ਰਹੀ ਹੈ, ਪਰ ਉਹਨਾਂ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੈ। ਉਹਨਾਂ ਦਾ ਪਿਤਾ ਜੁਆਰੀਆ ਅਤੇ ਨਸ਼ੇੜੀ ਸੀ, ਜੋ ਜੂਏ ਵਿੱਚ ਆਪਣਾ ਸਭ ਕੁਝ ਹਾਰ ਚੁੱਕਾ ਸੀ। ਵਿਹਲੇ ਰਹਿਣ ਕਾਰਨ ਪਿੰਡ ਵਾਲੇ ਉਹਨਾਂ 'ਤੇ ਚੋਰੀਆਂ ਕਰਨ ਦਾ ਸ਼ੱਕ ਕਰਦੇ ਹਨ। ਆਓ ਪੰਨਾ ਨੰਬਰ 45 'ਤੇ ਹੁਣ ਕਹਾਣੀ ਅੱਗੇ ਸ਼ੁਰੂ ਕਰਦੇ ਹਾਂ। ਖਬਰੇ ਉਹਨਾਂ ਦੀਆਂ ਗੁਲੇਲਾਂ ਤੇ ਗੋਲੀਆਂ ਕਿੱਦਾਂ ਦੀਆਂ ਹੁੰਦੀਆਂ ਹੋਣਗੀਆਂ। ਦੂਜਾ ਉੱਤਰ ਦਿੰਦਾ, ਸਾਥੋਂ ਤੇ ਨਹੀਂ ਮੋਇਆ ਕਦੇ ਕੋਈ ਪੰਛੀ, ਮੋਇਆ ਮਰਿਆ। ਫਿਰ ਇੱਕ ਨਿਰਾਸ਼ਤਾ ਜਿਹੀ ਉਹਨਾਂ ਦੇ ਚਿਹਰਿਆਂ ਤੇ ਛਾ ਜਾਂਦੀ। ਉਹ ਕਿੰਨਾ ਚਿਰ ਚੁੱਪ ਚਪੀਤੇ ਬੈਠੇ ਘਾਹ ਦੀਆਂ ਤਿਨਾਂ ਉਖਾੜਦੇ ਰਹਿੰਦੇ। ਕਦੇ ਉੱਠ ਕੇ ਲੱਤਾਂ ਸੂਏ ਵਿੱਚ ਲਮਕਾ ਬਹਿੰਦੇ ਤੇ ਕਦੇ ਗੁਲੇਲਾਂ ਦੀਆਂ ਗੋਲੀਆਂ ਨਾਲ ਹਿੱਕੁੱਤੀ ਦਾ ਚੱਸ ਪੂਰਾ ਕਰਦੇ। ਕਈ ਵਾਰ ਇਉਂ ਹੀ ਬਾਹਰ ਪਾਉਂਦਿਆਂ ਪਾਉਂਦਿਆਂ ਨੂੰ ਦਿਨ ਬੀਤ ਹੋ ਜਾਂਦਾ। ਆਥਣ ਹੋ ਗਈ ਸੀ। ਵਾਗੀ ਹੇਕਾਂ ਲਾਉਂਦੇ ਘਰਾਂ ਨੂੰ ਪਰਤ ਰਹੇ ਸਨ। ਹਲੋ ਛੁੱਟੇ ਬੋਲਦਾਂ ਦੀਆਂ ਟੱਲੀਆਂ ਟਣਕਣ ਲੱਗੀਆਂ। ਕਰੀਮੂ ਤੇ ਰਹੀਮੂ ਆਪਣੀਆਂ ਗੁਲੇਲਾਂ ਮੋਢਿਆਂ 'ਤੇ ਟੰਗੀ ਪਿੰਡ ਨੂੰ ਪਰਤ ਪਏ। ਹੌਲੀ ਹੌਲੀ ਜਾਂਦੇ ਲੋਕਾਂ ਦੇ ਡੰਗਰਾਂ ਨੂੰ ਤੱਕ ਕੇ ਉਹਨਾਂ ਨੂੰ ਕੋਈ ਖਿਆਲ ਜਿਹਾ ਆ ਗਿਆ ਤੇ ਉਹ ਕੁਝ ਬੋਲਦੇ ਜਾਂਦੇ ਸਨ। ਜਦੋਂ ਉਹਨਾਂ ਦਾ ਪਿਓ ਜਿਉਂਦਾ ਸੀ, ਉਹਨਾਂ ਦੇ ਘਰ 2 ਝੋਟੀਆਂ ਹੁੰਦੀਆਂ ਸਨ, ਇੱਕ ਪਹਿਲਣ ਤੇ ਇੱਕ ਦੂਜੇ ਸੂਹੇ। ਨਾਲੇ ਇੱਕ ਵਹਿੜਕੀ ਵੀ ਸੀ। ਉਹ ਉਹਨਾਂ ਨੂੰ ਤਿਹਾਂ ਨੂੰ ਚਾਰਦੇ ਹੁੰਦੇ ਸਨ। ਇਉਂ ਹੀ ਹੇਕਾਂ ਲਾਉਂਦੇ ਘਰ ਮੁੜਦੇ ਹੁੰਦੇ ਸਨ। ਉਦੋਂ ਫਿਰ ਉਹ ਵਹਿੜੀ ਤੇ ਮੱਝਾਂ ਕਿੱਥੇ ਗਈਆਂ? ਰਹੀਮੂ ਨੇ ਆਪਣੇ ਵੱਡੇ ਭਰਾ ਤੋਂ ਪੁੱਛਿਆ। ਪਿਆਰੇ ਵਿਦਿਆਰਥੀਓ, ਅੱਗੇ ਪੜ੍ਹਨ ਤੋਂ ਪਹਿਲਾਂ ਆਓ ਇਸ ਨੂੰ ਥੋੜ੍ਹਾ ਵਿਸਥਾਰ ਨਾਲ ਸਮਝੀਏ ਕਿ ਕਿਵੇਂ ਦੋਵੇਂ ਭਰਾ ਸਾਰਾ ਦਿਨ ਪਿੰਡ ਵਿੱਚ ਖੇਡਦੇ ਰਹਿੰਦੇ। ਸ਼ਾਮਾਂ ਨੂੰ ਜਦੋਂ ਘਰ ਪਰਤਦੇ ਤੇ ਆਪਣੀਆਂ ਗੁਲੇਲਾਂ ਮੋਢਿਆਂ 'ਤੇ ਟੰਗ ਲੈਂਦੇ ਸਨ ਤੇ ਦੋਵੇਂ ਜਾਂਦੇ ਹੀ ਗੱਲਾਂ ਕਰਦੇ ਜਾਂਦੇ ਕਿ ਕਿਵੇਂ ਉਹਨਾਂ ਦੇ ਘਰ ਵੀ ਡੰਗਰ ਮੱਝਾਂ ਹੁੰਦੇ ਸਨ ਤੇ ਉਹ ਵੀ ਇਸ ਤਰ੍ਹਾਂ ਹੀ ਸ਼ਾਮ ਨੂੰ ਜਦੋਂ ਆਪਣੇ ਡੰਗਰ ਚਾਰ ਕੇ ਘਰ ਨੂੰ ਪਰਤਦੇ ਹੁੰਦੇ ਸਨ। ਦੋਵੇਂ ਭਰਾ ਆਪਸ ਵਿੱਚ ਗੱਲਾਂ ਕਰਦੇ ਕਰਦੇ ਤੁਰੇ ਜਾ ਰਹੇ ਸਨ। ਆਓ ਅਗਲੀ ਲਾਈਨ ਵਿੱਚ ਕਹਾਣੀ ਸ਼ੁਰੂ ਕਰਦੇ ਹਾਂ। ਅੱਬਾ ਜੂਏ ਵਿੱਚ ਹਾਰ ਚੁੱਕਿਆ ਸੀ। ਉਹਨਾਂ ਨੂੰ ਤੇ ਤੈਨੂੰ ਨਹੀਂ ਪਤਾ। ਚਲੋ ਠੀਕ ਹੋਇਆ ਸਾਂਭ ਸੰਭਾਈ ਦਾ ਟੰਟਾ ਗਲੋਂ ਲੱਥਾ। ਰਹੀਮੂ ਨੇ ਖੁਸ਼ ਹੋ ਕੇ ਕਿਹਾ ਕਿ ਕਿਵੇਂ ਵੱਡੇ ਭਰਾ ਨੇ ਛੋਟੇ ਨੂੰ ਕਿਹਾ ਕਿ ਉਹਨਾਂ ਦਾ ਪਿਤਾ ਜੂਏ ਦੇ ਵਿੱਚ ਸਭ ਕੁਝ ਹਾਰ ਗਿਆ ਸੀ ਤੇ ਅੱਗੋਂ ਛੋਟੇ ਭਰਾ ਨੇ ਵੀ ਹੱਸ ਕੇ ਕਿਹਾ, ਚਲੋ ਸਾਨੂੰ ਤਾਂ ਹੁਣ ਸਾਂਭਣੀਆਂ ਹੀ ਨਹੀਂ ਪੈਣਗੀਆਂ। ਕੁਸਮੁਸਾ ਜਿਹਾ ਹੋ ਗਿਆ ਸੀ ਜਦੋਂ ਇੱਕ ਖੇਤ ਦੀ ਵੱਟ ਉੱਤੇ ਆਣ ਖਲੋਤੇ। ਆਕਾਸ਼ ਉੱਤੇ ਜੇ ਕੋਈ ਤਾਰਾ ਚੜ੍ਹਿਆ ਵੀ ਸੀ ਤਾਂ ਉਹ ਖੁਰਾਂ ਦੇ ਕੱਟੇ ਨਾਲ ਫਜ਼ਾਂ ਅੱਟੀ ਹੋਈ ਹੋਣ ਕਰਕੇ ਵੀ ਖਾਲੀ ਨਹੀਂ ਸੀ ਦਿੰਦਾ। ਚਿੜੀਆਂ ਬਾਜਰੇ ਦੇ ਸਿੱਟਿਆਂ ਉੱਤੇ ਅੰਤਮ ਠੂੰਗੇ ਮਾਰ ਕੇ ਉੱਡ ਚੁੱਕੀਆਂ ਸਨ। ਕਰੀਮੂ ਤੇ ਰਹੀਮੂ ਦੇ ਖੱਬੇ ਪਾਸੇ ਇੱਕ ਮੱਕੀ ਦੀ ਪੈਲੀ ਡਰੇ ਹੋਏ ਬੱਚੇ ਵਾਂਗ ਚੁੱਪ ਖਲੋਤੀ ਹੋਈ ਸੀ। ਪਹਿਲਵਾਨਾਂ ਦੇ ਡੋਲਿਆਂ ਵਰਗੀਆਂ ਛੱਲੀਆਂ ਹਰੇਕ ਟਾਂਡੇ ਨਾਲ ਜੁੜੀਆਂ ਹੋਈਆਂ ਦਿਸਦੀਆਂ ਸਨ। ਪਤਾ ਈ ਕਰੀਮੂ, ਇਹ ਸਾਡੀਆਂ ਪੈਲੀਆਂ ਹੁੰਦੀਆਂ ਸਨ ਕਦੇ? ਹਾਂ ਪਤਾ ਏ। ਕਈ ਵਾਰ ਲੱਕੜਾਂ ਲੈ ਕੇ ਮੁੜਦੀ ਮਾਂ ਇੱਥੋਂ ਦੀ ਲੰਘਦੀ ਦੱਸਿਆ ਕਰਦੀ ਏ। ਮੈਂ ਉਦੋਂ ਨਿੱਕਾ ਜਿਹਾ ਹੁੰਦਾ ਸਾਂ। ਕਿਵੇਂ ਦੋਵਾਂ ਭਰਾਵਾਂ ਨੇ ਮੱਕੀ ਦੀ ਪੈਲੀਆਂ ਨੂੰ ਪੱਕਿਆ ਹੋਇਆ ਵੇਖ ਕੇ ਕਿਹਾ ਕਿ ਇਹ ਦੀਆਂ ਪੈਲੀਆਂ ਕਦੀ ਸਾਡੀਆਂ ਵੀ ਹੁੰਦੀਆਂ ਸਨ। ਇਹ ਵੀ ਉਸੇ ਰਾਹ ਅੱਬਾ ਨੇ ਭੇਜੀਆਂ ਜਿਹੜੇ ਰਾਹ ਵਹਿੜਕੀ ਤੇ ਝੋਟੀਆਂ ਗਈਆਂ ਸਨ। ਇਉਂ ਆਖਦਾ ਕਰੀਮੂ ਹੱਸ ਪਿਆ, ਨਾਲ ਹੀ ਰਹੀਮੂ ਵੀ ਹੱਸ ਪਿਆ। ਦੋਵੇਂ ਹੀ ਖਿੜ ਕਰਦੇ ਦੋਹਰੇ ਹੁੰਦੇ ਜਾਂਦੇ ਸਨ। ਉਹਨਾਂ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ, ਜਿਕਰੋਂ ਰੋ ਰਹੇ ਹੁੰਦੇ ਨੇ ਕਿ ਕਿਵੇਂ ਦੋਵੇਂ ਭਰਾ ਆਪਣੇ ਅੱਬਾ ਦੀਆਂ ਗੱਲਾਂ ਸੋਚਦੇ ਸੋਚਦੇ ਹੱਸ ਪਏ।
ਇੰਨੇ ਨੂੰ ਹਵਾ ਦਾ ਇੱਕ ਰੁਮਕਾ ਵਗਿਆ। ਉਹ ਦੋਵੇਂ ਖਾਮੋਸ਼ ਜਿਹੇ ਹੋ ਕੇ ਮੱਕੀ ਦੇ ਪੱਤਿਆਂ ਦੀ ਖੜਖੜ ਕਿੰਨਾ ਚਿਰ ਸੁਣਦੇ ਰਹੇ। ਅੱਬਾ ਇੱਥੇ ਹਲ ਵਾਹੁੰਦਾ ਹੁੰਦਾ ਸੀ, ਵੱਡੇ ਨੇ ਹੌਕਾ ਜਿਹਾ ਭਰ ਕੇ ਆਖਿਆ। ਹੁਣ ਨਾ ਸਾਡੇ ਵਾਹੁਣ ਨੂੰ ਭੋਏ ਨਾ ਜੌਣ ਨੂੰ ਟੱਗੇ। ਚੱਲ ਚੰਗਾ ਏ, ਏਦਾਂ ਹੀ ਕੀ ਲੈਣਾ ਜੇ, ਗੱਲ ਫਾਹੇ ਪਾ ਕੇ ਰਹੀਮੂ ਨੇ ਬੇਪਰਵਾਹੀ ਨਾਲ ਗੁਲੇਲ ਦੀਆਂ ਤਣੀਆਂ ਖਿੱਚਦਿਆਂ ਆਖਿਆ। ਫਿਰ ਦੋਵੇਂ ਚੁੱਪ ਹੋ ਗਏ। ਉਹਨਾਂ ਦੇ ਚਿਹਰੇ ਉਹਨਾਂ ਦੇ ਅੰਤਰੀਵ ਅਹਿਸਾਸਾਂ ਨੂੰ ਪ੍ਰਗਟ ਕਰਦੇ ਸਨ। ਇੰਨੇ ਨੂੰ ਕਰੀਮੂ ਨੇ ਆਖਿਆ, ਚੱਲ ਰਹੀਮੂ ਵਗ ਚਲੀਏ, ਕੋਈ ਛੱਲੀਆਂ ਦੇ ਚੋਰ ਜਾਣ ਕੇ ਸਾਨੂੰ ਕੁੱਟ ਹੀ ਨਾ ਕੱਢੇ। ਤੇ ਦੋਵੇਂ ਕਾਹਲੀ ਕਾਹਲੀ ਉਲਾਂਘਾ ਭਰਦੇ ਪਿੰਡ ਵੱਲ ਤੁਰ ਪਏ, ਜਿੱਥੇ ਦੀਵੇ ਬਾਲ ਚੁੱਕੇ ਸਨ। ਜਿੱਦਣ ਦੀ ਮਾਂ ਬਿਮਾਰ ਪਈ ਸੀ, ਦੋਵੇਂ ਇੱਕੋ ਵੇਲੇ ਹੀ ਰੋਟੀ ਖਾਂਦੇ ਹੁੰਦੇ ਸਨ। ਮਾਂ ਲੋਕਾਂ ਦੇ ਘਰੀ ਪੀਹਣ ਦਲਨ ਕਰਕੇ ਖਾਣ ਲਈ ਦਾਣੇ ਇਕੱਠੇ ਕਰ ਲੈਂਦੀ ਹੁੰਦੀ ਸੀ। ਉਹ ਦਾਣੇ ਇਹਨਾਂ ਦੇ ਨਿੱਤ ਦੇ ਡੰਗ ਨਹੀਂ ਸਨ ਟਪਾ ਸਕਦੇ। ਦੋਵੇਂ ਜਣੇ ਚੁੱਲ੍ਹਾ ਧਾਉਂਦੇ ਤੇ ਕੱਚੀਆਂ ਧੁਆਖੀਆਂ ਜਿਹੀਆਂ ਰੋਟੀਆਂ ਲੂਣ ਨਾਲ ਖਾ ਕੇ ਸੌ ਰਹਿੰਦੇ। ਕਦੇ ਕਦੇ ਫਾਕਿਆਂ ਵਿੱਚ ਹੀ ਉਹਨਾਂ ਦੀਆਂ ਰਾਤਾਂ ਗੁਜ਼ਰਦੀਆਂ ਹੁੰਦੀਆਂ ਸਨ। ਪਿਆਰੇ ਵਿਦਿਆਰਥੀਓ, ਕਿ ਕਿਵੇਂ ਇੱਕ ਮਾਂ ਚਾਹੇ ਜਿੰਨੀ ਮਰਜ਼ੀ ਬਿਮਾਰ ਹੋਵੇ, ਜਿੰਨੇ ਮਰਜ਼ੀ ਦੁੱਖ ਤਕਲੀਫਾਂ 'ਚ ਰਹਿੰਦੀ ਹੋਵੇ, ਪਰ ਉਹ ਆਪਣੇ ਬੱਚਿਆਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਪਾਲ ਹੀ ਲੈਂਦੀ ਹੈ। ਇਸ ਤਰ੍ਹਾਂ ਹੀ ਰਹੀਮੂ ਤੇ ਕਰੀਮੂ ਨਾਲ ਵੀ ਹੋਇਆ। ਉਹਨਾਂ ਦੀ ਮਾਂ ਉਹਨਾਂ ਲਈ ਬਿਮਾਰ ਹੋਣ ਦੇ ਬਾਵਜੂਦ ਹੀ ਕਿਤੋਂ ਨਾ ਕਿਤੋਂ ਕਮਾ ਕੇ ਲੈ ਹੀ ਆਉਂਦੀ ਸੀ ਤੇ ਉਹਨਾਂ ਨੂੰ ਰੋਟੀ ਡੰਗ ਦੇ ਦਿੰਦੀ ਸੀ। ਪਰ ਮਾਂ ਦੇ ਬਿਮਾਰ ਹੋਣ ਤੋਂ ਬਾਅਦ ਉਹ ਆਪਣੇ ਆਪ ਹੀ ਕਿਸੇ ਕੱਚੀਆਂ ਪੱਕੀਆਂ ਰੋਟੀਆਂ ਬਣਾ ਕੇ ਖਾ ਕੇ ਸੌਂ ਜਾਂਦੇ ਸਨ। ਆਓ ਅੱਗੇ ਕਹਾਣੀ ਸ਼ੁਰੂ ਕਰਦੇ ਹਾਂ। ਪਿੰਡ ਦੇ ਇਹਨਾਂ ਨੂੰ ਗਵਾਰ ਸਮਝਦੇ ਸਨ। ਉਹਨਾਂ ਕਈ ਵਾਰ ਇਹਨਾਂ ਦੋਹਾਂ ਭਰਾਵਾਂ ਨੂੰ ਘਰ ਦੀਆਂ ਚੀਜ਼ਾਂ ਹੱਟਾਂ ਉੱਤੇ ਵੇਚਦਿਆਂ ਤੱਕਿਆ ਸੀ। ਪਿੰਡ ਵਿੱਚ ਕਿਸੇ ਦੀ ਚੋਰੀ ਹੋ ਜਾਂਦੀ, ਛੱਲੀਆਂ ਟੁੱਟਦੀਆਂ ਜਾਂ ਕਪਾਹ ਚੁਗੀ ਜਾਂਦੀ ਤਾਂ ਲੋਕਾਂ ਦਾ ਪਹਿਲਾ ਸ਼ੱਕ ਕਰੀਮੂ ਰਹੀਮੂ ਤੇ ਜਾਂਦਾ। ਉਹਨਾਂ ਦੇ ਘਰ ਦੀ ਤਲਾਸ਼ੀ ਹੁੰਦੀ, ਪਰ ਕਦੇ ਕੋਈ ਸ਼ੈ ਉਹਨਾਂ ਦੇ ਘਰੋਂ ਬਰਾਮਦ ਨਹੀਂ ਸੀ ਹੋਈ। ਤਾਂ ਵੀ ਲੋਕਾਂ ਦਾ ਸ਼ੱਕ ਉਹਨਾਂ ਤੇ ਸਦਾ ਟਿਕਿਆ ਰਿਹਾ। ਲੋਕਾਂ ਦੇ ਨਿੱਤ ਨਿੱਤ ਦੇ ਲਾਂਭਿਆਂ ਤੇ ਤਲਾਸ਼ੀਆਂ ਤੋਂ ਮਾਂ ਛਿੱਬੀ ਪੈ ਗਈ ਹੋਈ ਸੀ। ਕਰੀਮੂ ਤੇ ਰਹੀਮੂ ਵੀ ਇਕਾਂਤ ਵਿੱਚ ਬਹਿ ਕੇ ਇਹਨਾਂ ਊਰਜਾ ਨੂੰ ਮਹਿਸੂਸ ਤਾਂ ਕਰਦੇ, ਪਰ ਪਲ ਕੁ ਲਈ। ਮੋੜੋ ਛੇਤੀ ਹੀ ਕੌਡੀਆਂ ਅਖਰੋਟਾਂ ਨਾਲ ਪੱਲੇ ਭਰ ਕੇ ਬਾਹਰ ਨੂੰ ਟੁਰ ਪੈਂਦੇ ਤੇ ਉਹਨਾਂ ਨੂੰ ਸਭ ਕੁਝ ਭੁੱਲ ਜਾਂਦਾ। ਲੋਕੀ ਇਹਨਾਂ ਨੂੰ ਮੌਕੇ ਉੱਤੇ ਫੜਨ ਲਈ ਪੈਲੀਆਂ ਵਿੱਚ ਲੁਕ ਲੁਕ ਬਹਿੰਦੇ। ਪਿੰਡ ਵਾਲਿਆਂ ਦਾ ਖਿਆਲ ਸੀ ਕਿ ਇਹਨਾਂ ਨੂੰ ਉੱਤੋਂ ਫੜ ਕੇ ਜੇਲ੍ਹ ਖਾਨੇ ਭਿਜਵਾ ਦਿੱਤਾ ਜਾਵੇ। ਇਹੋ ਜਿਹੇ ਵਿਚਾਰ ਸੁਣ ਕੇ ਦੋਵੇਂ ਭਰਾ ਕਦੇ ਕਦੇ ਗੱਲਾਂ ਵੀ ਕੀਤਾ ਕਰਦੇ। ਲੋਕੀ ਸਾਡੇ ਉੱਤੇ ਬਦੋ ਬਦੀ ਸ਼ੱਕ ਕਿਉਂ ਕਰੀ ਜਾਂਦੇ ਨੇ, ਅਸਾਂ ਕਦੇ ਕਿਸੇ ਦੀ ਰੀਨ ਤੱਕ ਨਹੀਂ ਸੀ ਛੂਈ। ਐਵੇਂ ਝੱਲੇ ਨੇ, ਦੂਜਾ ਆਖਦਾ ਤੇ ਦੋਵੇਂ ਜਣੇ ਉੱਚੀ ਉੱਚੀ ਹੱਸ ਪੈਂਦੇ। ਮਾਂ ਦੀ ਹਾਲਤ ਦਿਨੋਂ ਦਿਨ ਵਿਗੜਦੀ ਜਾਂਦੀ ਸੀ। ਉਹ ਦੋਵੇਂ ਰਾਤ ਵੇਲੇ ਮਾਂ ਦੇ ਕੋਲ ਆ ਬਹਿੰਦੇ, ਮਾਂ ਦੇ ਮੂੰਹ ਨੂੰ ਤੱਕਦੇ। ਮਾਂ ਬੜੀਆਂ ਸੋਗੀ ਗੱਲਾਂ ਉਹਨਾਂ ਨੂੰ ਸੁਣਾਉਂਦੀ, ਬਹੁਤੀਆਂ ਉਹਨਾਂ ਦੇ ਪਿਓ ਬਾਰੇ। ਭਾਵੇਂ ਉਹਨੂੰ ਜੂਵੇ ਦੀ ਆਦਤ ਸੀ, ਪਰ ਉਹ ਬੜਾ ਚੰਗਾ ਮਨੁੱਖ ਸੀ। ਤੁਹਾਡਾ ਅੱਬਾ ਬੱਚਾ ਕਿਵੇਂ ਮਾਂ ਆਪਣੇ ਬੱਚਿਆਂ ਨੂੰ ਉਹਨਾਂ ਦੇ ਪਿਤਾ ਬਾਰੇ ਦੱਸਦੀ। ਚਾਹੇ ਉਹ ਨਸ਼ੇੜੀ ਸੀ, ਜੂਏਬਾਜ਼ ਸੀ, ਉਸ 'ਚ ਬਹੁਤ ਬੁਰੀਆਂ ਆਦਤਾਂ ਸਨ, ਪਰ ਫਿਰ ਵੀ ਉਹਨਾਂ ਦਾ ਅੱਬਾ ਬਹੁਤ ਚੰਗਾ ਸੀ। ਉਹਨਾਂ ਦੀ ਮਾਂ ਆਪਣੇ ਬੱਚਿਆਂ ਨੂੰ ਦੱਸਦੀ। ਹਾਂ ਮਾਂ ਬੜਾ ਚੰਗਾ ਸੀ, ਕਰੀਮੂ ਖੁਸ਼ੀ ਨਾਲ ਬੋਲਿਆ। ਮੈਨੂੰ ਹੱਲ ਛੱਡ ਕੇ ਕੁੱਛੜ ਚੁੱਕ ਲੈਂਦਾ, ਛੱਲੀਆਂ ਦਿੰਦਾ, ਗੰਨੇ ਵੀ। ਬੱਲੇ ਬੱਲੇ, ਕਿੰਨੀਆਂ ਹੋਰ ਚੀਜ਼ਾਂ, ਸਾਥੋਂ ਮੁੱਕਦਿਆਂ ਹੀ ਨਾ, ਹੈ ਨਾ ਕਰੀਮੂ? ਰਹੀਮੂ ਬੋਲਿਆ। ਦਾਣੇ ਹੀ ਦਾਣੇ ਹੁੰਦੇ ਸਨ ਸਾਡੇ ਕੋਠਿਆਂ ਵਿੱਚ ਉਦੋਂ। ਨਾਲ ਲੱਗਦਿਆਂ ਕਰੀਮੂ ਮਾਂ ਵੱਲ ਤੱਕਦਾ ਬੋਲਿਆ। ਰੱਜ ਰੱਜ ਰੋਟੀਆਂ ਖਾਂਦੇ ਹੁੰਦੇ ਸਾਂ, ਪਰ ਹੁਣ ਤੇ ਮਾਂ ਸਾਡੇ ਕੋਠੇ ਖਾਲੀ ਪਏ ਨੇ। ਇੱਕ ਪਾਲੀ ਕੋਠੇ ਵਿੱਚ ਹੂਕ ਜਿਹੀ ਛਾ ਗਈ। ਤਿੰਨਾਂ ਨੇ ਦੀਵੇ ਦੀ ਮੱਧਮ ਹੁੰਦੀ ਜੋਤ ਵੱਲ ਤੱਕਿਆ। ਮਾਂ ਦੀਆਂ ਅੱਖਾਂ ਗਿੱਲੀਆਂ ਸਨ। ਉਸ ਗਲੇਡੂ ਭਰ ਕੇ ਮੁੜ ਆਖਿਆ, ਗਲੇਡੂ ਹੰਝੂ ਅੱਥਰੂ ਭਰ ਕੇ ਮੁੜ ਆਖਿਆ, ਉਹ ਮੈਨੂੰ ਬੜਾ ਪਿਆਰ ਕਰਦਾ ਸੀ, ਤੁਹਾਡਾ ਅੱਬਾ ਬੱਚਾ। ਵੇਖਦੇ ਜੇ
ਇਹ ਮੇਰੇ ਕੰਨਾਂ ਦੀਆਂ ਮੁਰਕੀਆਂ ਮੁਰਕੀਆਂ ਵਾਲੀਆਂ। ਜਦੋਂ ਮੇਰਾ ਵਿਆਹ ਹੋਇਆ ਸੀ ਉਦੋਂ ਬਣਵਾਈਆਂ ਸਨ ਤੁਹਾਡੇ ਅੱਬਾ ਨੇ ਇਹ ਸੋਨੇ ਦੀਆਂ ਮੁਰਕੀਆਂ। ਕਰੀਮੂ ਤੇ ਰਹੀਮੂ ਦੀਆਂ ਨਜ਼ਰਾਂ ਮਾਂ ਦੀਆਂ ਮੁਰਕੀਆਂ ਤੇ ਜੰਮੀਆਂ ਹੋਈਆਂ ਸਨ। ਮਾਂ ਨੂੰ ਹਟਕੋਰੇ ਜਿਹੇ ਆਉਣ ਲੱਗ ਪਏ ਤੇ ਉਹ ਮੁੜ ਬੋਲੀ, ਬੜੇ ਔਖੇ ਵੇਲੇ ਆਏ ਬੱਚਾ। ਜਦੋਂ ਜੂਏ ਵਿੱਚ ਸਭ ਕੁਝ ਲਾ ਬੈਠਾ ਸੀ ਉਦੋਂ ਘਰ ਦਾ ਲਾਂਘਾ ਟਪਾਉਣ ਲਈ ਮੈਂ ਆਖਿਆ ਸੀ ਇਹ ਮੁਰਕੀਆਂ ਵੇਚ ਦਿਓ, ਪਰ ਉਸ ਆਖਿਆ ਸੀ ਨਹੀਂ, ਮੈਂ ਸਾਰੀ ਉਮਰ ਹੀ ਤੇਰੇ ਕੰਨਾਂ ਵਿੱਚ ਇਹ ਲਮਕਦੀਆਂ ਵੇਖਾਂਗਾ। ਪਿਆਰੇ ਵਿਦਿਆਰਥੀਓ, ਕਿਸ ਤਰ੍ਹਾਂ ਮਾਂ ਨੇ ਆਪਣੇ ਬੱਚਿਆਂ ਨੂੰ ਇਹ ਸਮਝਾਇਆ ਕਿ ਉਸ ਦੇ ਕੰਨਾਂ ਵਿੱਚ ਜੋ ਸੋਨੇ ਦੀਆਂ ਵਾਲੀਆਂ ਹਨ ਉਹ ਉਹਨਾਂ ਦੇ ਪਿਤਾ ਦੀ ਨਿਸ਼ਾਨੀ ਹੈ, ਕਿ ਉਹਨਾਂ ਦੀ ਜ਼ਿੰਦਗੀ ਵਿੱਚ ਬਹੁਤ ਔਖਾ ਸਮਾਂ ਆਇਆ ਪਰ ਉਸਨੇ ਕਦੀ ਵੀ ਇਹ ਸੋਨੇ ਦੀਆਂ ਵਾਲੀਆਂ ਮੁਰਕੀਆਂ ਉਸਦੇ ਕੰਨਾਂ 'ਚੋਂ ਲਾ ਕੇ ਕਦੇ ਨਹੀਂ ਵੇਚੀਆਂ ਤੇ ਉਹ ਹਮੇਸ਼ਾ ਹੀ ਉਹਨਾਂ ਮੁਰਕੀਆਂ ਨੂੰ ਉਸਦੇ ਕੰਨਾਂ ਵਿੱਚ ਪਾਈਆਂ ਵੇਖਣਾ ਚਾਹੁੰਦਾ ਸੀ। ਪਿਆਰੇ ਵਿਦਿਆਰਥੀਓ, ਅੱਜ ਅਸੀਂ ਇਸ ਕਹਾਣੀ ਦਾ ਪੰਨਾ ਨੰਬਰ 45, 46 ਅਤੇ 47 ਪੜ੍ਹਿਆ ਹੈ। ਅਗਲੇ ਭਾਗ ਵਿੱਚ ਅਸੀਂ ਪੜ੍ਹਾਂਗੇ ਕਿ ਕਿਵੇਂ ਮਾਂ ਦੇ ਮਰਨ ਤੋਂ ਬਾਅਦ ਰਹੀਮੂ ਅਤੇ ਕਰੀਮੂ ਨੇ ਉਸ ਦੀਆਂ ਕਬਰਾਂ ਵਿੱਚ ਦਫਨ ਆਪਣੀ ਮਾਂ ਦੇ ਕੰਨਾਂ ਤੋਂ ਮੁਰਕੀਆਂ ਲਾਉਣ ਬਾਰੇ ਸੋਚਦੇ ਹਨ। ਆਓ ਹੁਣ ਇਸ ਨਾਲ ਸੰਬੰਧਿਤ ਤੁਹਾਨੂੰ ਕੁਝ ਪ੍ਰਸ਼ਨ ਦੱਸ ਦਈਏ ਜਿਨ੍ਹਾਂ ਨੂੰ ਤੁਸੀਂ ਆਪਣੀ ਕਾਪੀ 'ਤੇ ਲਿਖਣਾ ਹੈ। ਪ੍ਰਸ਼ਨ ਨੰਬਰ 1, ਕਰੀਮੂ ਤੇ ਰਹੀਮੂ ਦੇ ਪਿਓ ਨੇ ਮੱਝਾਂ ਤੇ ਪੈਲੀਆਂ ਕਿਸ ਕੰਮ ਵਿੱਚ ਗੁਆਈਆਂ ਸਨ? ਪ੍ਰਸ਼ਨ ਨੰਬਰ 2, ਕਰੀਮੂ ਤੇ ਰਹੀਮੂ ਦੇ ਪਿਤਾ ਨੂੰ ਕੀ ਖੇਡਣ ਦੀ ਆਦਤ ਸੀ? ਪ੍ਰਸ਼ਨ ਨੰਬਰ 3, ਪਿੰਡ ਵਿੱਚ ਕਿਸੇ ਦੀਆਂ ਛੱਲੀਆਂ ਟੁੱਟਦੀਆਂ ਜਾਂ ਕਬਾਹ ਚੁੱਕੀ ਜਾਂਦੀ ਤੇ ਸ਼ੱਕ ਕਿਸ ਤੇ ਜਾਂਦਾ? ਪ੍ਰਸ਼ਨ ਨੰਬਰ 4, ਕਰੀਮੂ ਤੇ ਰਹੀਮੂ ਦੇ ਪਿਤਾ ਹੁੰਦਿਆਂ ਉਹਨਾਂ ਕੋਲ ਕਿਹੜੇ ਪਸ਼ੂ ਸਨ? ਪ੍ਰਸ਼ਨ ਨੰਬਰ 5, ਉਹਨਾਂ ਦੀ ਮਾਂ ਲੋਕਾਂ ਦੇ ਘਰ ਕੀ ਕੰਮ ਕਰਦੀ ਸੀ? ਉਸ ਤੋਂ ਬਾਅਦ ਵਾਕ ਬਣਾਓ। ਛੱਲੀਆਂ, ਗੁਲੇਲ, ਮਿਹਨਤ, ਸਫਲਤਾ, ਸੁਰੱਖਿਅਤ। ਧੰਨਵਾਦ। ਤੰਦਰੁਸਤ ਰਹੋ, ਸੁਰੱਖਿਅਤ ਰਹੋ।